ਨਮਸਕਾਰ ਐਂਡ ਸਤਿ ਸ਼੍ਰੀ ਅਕਾਲ। ਇਸ ਤੋਂ ਪਹਿਲੇ ਵਾਲਾ ਜਿਹੜਾ ਲੈਕਚਰ ਸੀਗਾ ਉਸ ਦੇ ਵਿੱਚ ਆਪਾਂ ਸਟੱਡੀ ਕੀਤਾ ਸੀ ਕਿ ਵਾਟ ਇਜ਼ ਰਿਲੇਸ਼ਨ ਹੁੰਦਾ ਕੀ ਹੈ। ਉਸ ਤੋਂ ਬਾਅਦ ਉਸ ਵਿੱਚ ਆਪਾਂ ਡੋਮੇਨ ਆਫ ਰਿਲੇਸ਼ਨ, ਰੇਂਜ ਆਫ ਰਿਲੇਸ਼ਨ, ਕੋਡੋਮੇਨ ਕੀ ਹੁੰਦੀ ਹੈ, ਇਹ ਸਾਰਾ ਕੁਝ ਆਪਾਂ ਡਿਸਕਸ ਕੀਤਾ ਸੀਗਾ। ਕੁਝ ਹੋਰ ਨਵੇਂ ਕਨਸੈਪਟ ਹੈਗੇ ਨੇ ਜੋ ਕਿ ਆਪਾਂ ਅੱਜ ਦੇ ਇਸ ਟਿਊਟੋਰੀਅਲ ਦੇ ਵਿੱਚ ਡਿਸਕਸ ਕਰਾਂਗੇ। ਤਾਂ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਆਪਣਾ ਡੈਸਕਟਾਪ ਸ਼ੇਅਰ ਕਰਨਾ। ਯੂ ਕੈਨ ਸੇ ਦਿਸ ਇਜ਼ ਮਾਈ ਡੈਸਕਟਾਪ। ਇਸ ਨੂੰ ਮੈਂ ਥੋੜਾ ਹੋਰ ਮਿਨੀਮਾਈਜ਼ ਕਰ ਲੈਣਾ। ਓਕੇ, ਤਾਂ ਸਭ ਤੋਂ ਪਹਿਲਾਂ ਕੀ ਹੈ ਕਿ ਜਦੋਂ ਆਪਾਂ ਇੱਕ ਰਿਲੇਸ਼ਨ ਇਸਟੈਬਲਿਸ਼ ਕਰਨੇ ਆ, ਸਪੋਜ਼ ਦੈਟ R ਇਜ਼ ਇਕੁਅਲ ਟੂ, ਇਹ ਆਪਣੇ ਕੋਲ ਇੱਕ ਰਿਲੇਸ਼ਨ ਹੈ। ਕੋਈ ਵੀ ਰਿਲੇਸ਼ਨ ਹੋ ਸਕਦਾ ਆਪਣੇ ਕੋਲ A B, such that A belongs to A and B belongs to B। ਜਦੋਂ ਆਪਣੇ ਕੋਲ A ਅਤੇ B ਦੋ ਸੈੱਟ ਹੋਣਗੇ, ਉਸ ਕੇਸ ਦੇ ਵਿੱਚ ਕੀ ਹੋਏਗਾ, ਜੇ ਇਹ ਆਪਣੇ ਕੋਲ ਇੱਕ ਰਿਲੇਸ਼ਨ ਬਣਦਾ ਹੈ ਤੇ ਇਸ ਰਿਲੇਸ਼ਨ ਦੇ ਵਿੱਚ ਇਹ ਆਪਣੇ ਕੋਲ ਸਾਰੇ ਆਰਡਰ ਪੇਅਰ ਹੋਣਗੇ, ਠੀਕ ਹੈ ਨਾ। ਤਾਂ ਇਸ ਕੇਸ ਦੇ ਵਿੱਚ ਕੀ ਹੋਏਗਾ, ਦਿਸ ਇਜ਼ ਰਿਲੇਸ਼ਨ ਫਰੋਮ A to B। R is relation from A to B। ਜੇ ਆਪਣੇ ਕੋਲ ਰਿਲੇਸ਼ਨ ਹੈਗਾ ਇਸ ਪ੍ਰਕਾਰ ਦਾ, R is equal to AB such that A and B belongs to A। ਕਹਿਣ ਦਾ ਮਤਲਬ ਇਹ ਹੋਇਆ ਕਿ ਜਿਹੜਾ R1 ਹੈਗਾ, R1 is subset of A cross A। ਆ ਆਪਣੇ ਕੋਲ A cross A ਹੋ ਗਿਆ, ਇਸ ਦਾ R1 ਆਪਣੇ ਕੋਲ ਸਬਸੈਟ ਬਣਦਾ ਹੈ। ਤਾਂ ਉਸ ਕੇਸ ਦੇ ਵਿੱਚ ਕੀ ਹੋਏਗਾ, R1 is relation on A, is relation on A। ਤਾਂ ਇਹ ਦੋਨਾਂ ਵਿਚਕਾਰ ਡਿਫਰੈਂਸ ਹੋਏਗਾ। ਜੇ ਆਪਣੇ ਕੋਲ R ਜਿਹੜਾ ਹੈਗਾ ਸਬਸੈਟ ਬਣਦਾ ਆਪਣੇ ਕੋਲ A cross B ਦਾ, ਫਿਰ ਤਾਂ ਰਿਲੇਸ਼ਨ ਆਪਣੇ ਕੋਲ A to B ਹੋਏਗਾ। ਜੇ ਆਪਣੇ ਕੋਲ R ਸਬਸੈਟ ਹੈਗਾ A cross A ਦਾ, ਤਾਂ ਉਸ ਕੇਸ ਦੇ ਵਿੱਚ R1 ਜਿਹੜਾ ਰਿਲੇਸ਼ਨ ਹੋਏਗਾ, that will be relation on A। ਉਸ ਤੋਂ ਬਾਅਦ ਜਦੋਂ ਆਪਾਂ ਗੱਲ ਕੀਤੀ ਸੀਗੀ ਡੋਮੇਨ ਅਤੇ ਰੇਂਜ, ਜੇ ਆਪਾਂ ਡੋਮੇਨ ਆਫ R ਲਿਖਣਾ ਹੋਵੇ, ਹੈ ਨਾ, ਡੋਮੇਨ ਆਫ R, ਤਾਂ ਇਹ ਇਕੁਅਲ ਟੂ ਕੀ ਸੀਗਾ ਆਪਣੇ ਕੋਲ A such that ਜਿਹੜਾ ਆਰਡਰ A B ਹੈਗਾ ਉਹ ਬਿਲੋਂਗ ਕਰੇਗਾ R ਦੇ ਵਿੱਚ। ਮਤਲਬ ਜਿਹੜਾ ਪਹਿਲਾ ਐਲੀਮੈਂਟ ਹੈਗਾ ਉਹ ਆਪਣੇ ਕੋਲ ਡੋਮੇਨ ਦੇ ਵਿੱਚ ਆਏਗਾ। R ਜਿਹੜਾ ਆਪਣੇ ਕੋਲ ਰਿਲੇਸ਼ਨ ਬਣਦਾ ਹੈ ਉਸ ਦੇ ਵਿੱਚ ਜਿੰਨੇ ਵੀ ਆਪਣੇ ਕੋਲ ਐਲੀਮੈਂਟ ਹੈਗੇ ਨੇ, ਉਹਨਾਂ ਸਾਰਿਆਂ ਦਾ ਜਿਹੜਾ ਫਸਟ ਐਲੀਮੈਂਟ ਜਿਹੜਾ ਆਏਗਾ ਆਰਡਰ ਪੇਅਰ ਦਾ, ਜਿੰਨੇ ਵੀ ਆਰਡਰ ਪੇਅਰ ਹੈਗੇ ਨੇ ਉਹਨਾਂ ਸਾਰਿਆਂ ਦੇ ਵਿੱਚੋਂ ਜਿਹੜਾ ਫਸਟ ਐਲੀਮੈਂਟ ਹੋਏਗਾ ਉਹਨਾਂ ਦਾ ਜਿਹੜਾ ਸੈੱਟ ਬਣੇਗਾ ਉਹ ਆਪਣੇ ਕੋਲ ਡੋਮੇਨ ਆਫ R ਬਣੇਗਾ। ਜੇ ਆਪਾਂ ਗੱਲ ਕਰੀਏ ਰੇਂਜ ਆਫ R, ਰੇਂਜ ਆਫ R, ਤਾਂ ਇਸ ਦੇ ਵਿੱਚ ਕੀ ਹੁੰਦਾ ਆਪਣੇ ਕੋਲ B such that AB belongs to R। ਤਾਂ R ਦੇ ਵਿੱਚ ਜਿੰਨੇ ਵੀ ਆਰਡਰ ਪੇਅਰ ਹੈਗੇ ਨੇ ਉਹਨਾਂ ਸਾਰਿਆਂ ਦੇ ਵਿੱਚੋਂ ਜਿਹੜਾ ਸੈਕਿੰਡ ਵਾਲਾ ਐਲੀਮੈਂਟ ਜਿਹੜਾ ਆਏਗਾ ਤੇ ਉਹਨਾਂ ਦਾ ਜਿਹੜਾ ਸੈੱਟ ਬਣੇਗਾ ਉਹ ਆਪਣੇ ਕੋਲ ਕੀ ਹੋ ਜਾਏਗਾ, ਰੇਂਜ ਆਫ R। ਇੱਕ ਆਪਾਂ ਐਗਜ਼ਾਮਪਲ ਲੈਂਦੇ ਹਾਂ ਛੋਟੇ ਜਿਹੇ, ਹੈ ਨਾ। ਸਪੋਜ਼ ਦੈਟ A ਇਜ਼ ਇਕੁਅਲ ਟੂ, ਇਹ ਆਪਣੇ ਕੋਲ ਸੈੱਟ ਹੈਗਾ, ਇਸ ਦੇ ਵਿੱਚ ਐਲੀਮੈਂਟ ਹੈਗੇ ਨੇ ਆਪਣੇ ਕੋਲ 1 2 3, ਆ ਤਿੰਨ ਐਲੀਮੈਂਟ ਆਪਾਂ ਲੈਂਦੇ ਹਾਂ। ਤੇ ਇਸ ਦੇ ਵਿੱਚ ਕੀ ਹੈ ਆਪਣੇ ਕੋਲ, ਵੈਨ ਵੀ ਚੂਜ਼ ਦਿਸ ਸੈਟ ਐਂਡ ਸਪੋਜ਼ ਦੈਟ, ਹੁਣ R ਜਿਹੜਾ ਹੈਗਾ R ਤਾਂ ਆਪਾਂ ਨੂੰ ਕੋਈ ਵੀ ਰਿਲੇਸ਼ਨ ਹੋ ਸਕਦਾ, ਕੋਈ ਆਪਣੇ ਕੋਲ ਜਿਹੜੀ ਕਾਰਟੇਸ਼ੀਅਨ ਪ੍ਰੋਡਕਟ ਆਏਗੀ ਉਸ ਦਾ ਜਿਹੜਾ ਸਬਸੈਟ ਹੋਏਗਾ ਉਹ ਹਮੇਸ਼ਾ ਆਪਣੇ ਕੋਲ ਰਿਲੇਸ਼ਨ ਬਣਦਾ ਹੈ ਨਾ। ਤਾਂ ਆਪਣੇ ਕੋਲ ਸਪੋਜ਼ ਦੈਟ ਮੈਂ ਆਪਦੇ ਕੋਲੋਂ ਐਗਜ਼ਾਮਪਲ ਲੈ ਰਿਹਾ ਕਿ ਇਹ ਆਪਣੇ ਕੋਲ ਇੱਕ ਰਿਲੇਸ਼ਨ ਹੈਗਾ।
1 2 2 1 ਤੇ 2 3 ਇਹ ਆਪਣੇ ਕੋਲ ਇੱਕ ਰਿਲੇਸ਼ਨ ਹੈਗਾ, ਕਿਉਂਕਿ ਜਿਹੜੀ ਆਪਣੇ ਕੋਲ ਕਾਰਟੇਸ਼ੀਅਨ ਪ੍ਰੋਡਕਟ ਬਣੂਗੀ A क्रॉस A, ਉਸ ਦਾ ਆਪਾਂ ਕੋਈ ਵੀ ਸੈੱਟ ਲੈ ਸਕਦੇ ਹਾਂ, ਹੈ ਨਾ। ਤੇ ਉਹ ਸਬਸੈਟ ਜਿਹੜਾ ਹੋਏਗਾ ਉਹ ਹਮੇਸ਼ਾ ਇੱਕ ਰਿਲੇਸ਼ਨ ਬਣੇਗਾ। ਤੇ ਆਪਾਂ ਇਹ ਇੱਕ ਐਗਜ਼ਾਮਪਲ ਲਿੱਤੀ ਹੈ, ਇਸ ਦੇ ਵਿੱਚ ਆਹ ਵਾਲੇ ਆਰਡਰ ਪੇਅਰ ਆ ਰਹੇ ਨੇ ਸਪੋਜ਼ ਦੈਟ। ਤੇ ਜੇ ਆਪਾਂ ਇਸ ਰਿਲੇਸ਼ਨ ਦੀ ਡੋਮੇਨ ਲਿਖਣੀ ਹੋਵੇ, ਹੈ ਨਾ, ਡੋਮੇਨ ਆਫ ਆਰ, ਠੀਕ ਹੈ ਨਾ, ਤਾਂ ਇਹ ਇਕੁਅਲ ਟੂ ਕੀ ਹੋ ਜਾਊਗਾ, ਇਹਨਾਂ ਦੇ ਜਿਹੜੇ ਫਸਟ ਐਲੀਮੈਂਟ ਜਿਹੜੇ ਆ ਰਹੇ ਨੇ ਆਰਡਰ ਪੇਅਰ ਦੇ ਥੱਲੇ ਉਹ ਆਪਣੇ ਕੋਲ ਆਏंगे। ਆ 1 ਹੋ ਜਾਊਗਾ ਅਤੇ 2 ਹੋ ਜਾਏਗਾ, 3 ਇਸ ਦੇ ਵਿੱਚ ਨਹੀਂ ਆਏਗਾ। ਜੇ ਆਪਾਂ ਰੇਂਜ ਲਿਖਣੀ ਹੋਵੇ ਤਾਂ ਦਿਸ ਇਜ਼ ਆਲਸੋ ਵੈਰੀ ਸਿੰਪਲ, range will be equal to range of R। ਤਾਂ ਇਸ ਦੇ ਵਿੱਚ ਕੀ ਹੈ ਕਿ ਜਿਹੜੇ ਆ ਲਾਸਟ ਵਾਲੇ ਐਲੀਮੈਂਟ ਹੈਗੇ ਨੇ ਆਰਡਰ ਪੇਅਰ ਦੇ ਵਿੱਚੋਂ ਸੈਕੰਡ ਐਲੀਮੈਂਟ ਉਹ ਆਪਾਂ ਲੈਣਾ ਹੈ। ਤਾਂ ਇਸ ਦੇ ਵਿੱਚ 1 ਵੀ ਆਉਂਦਾ ਪਿਆ, 2 ਵੀ ਆ ਰਿਹਾ ਹੈ ਤੇ 3 ਵੀ ਆ ਰਿਹਾ ਹੈ। ਸੋ these are range and domain of the relation R। ਇਸ ਤੋਂ ਬਾਅਦ ਆਪਣੇ ਕੋਲ ਯੂ ਕੈਨ ਸੀ ਇੱਥੇ ਆਪਣੇ ਕੋਲ ਆ ਇੱਕ ਡੈਫੀਨੇਸ਼ਨ ਹੈਗੀ ਹੈ, ਨੋਟ ਦਿੱਤਾ ਹੈ ਆਪਾਂ ਨੂੰ ਬਹੁਤ ਵਧੀਆ, very important to understand here। The total number of relations that can be defined from the set A to the set B। ਆਪਣੇ ਕੋਲ ਇੱਕ ਰਿਲੇਸ਼ਨ ਹੈਗਾ A ਤੋਂ B, ਠੀਕ ਹੈ ਨਾ। ਤੇ ਜਦੋਂ ਆਪਾਂ A ਤੋਂ B ਦੀ ਗੱਲ ਕਰ ਰਹੇ ਹਾਂ ਤਾਂ ਨੈਚੁਰਲੀ ਕੀ ਹੋਏਗਾ, A क्रॉस B ਜਿਹੜਾ ਕਾਰਟੇਸ਼ੀਅਨ ਪ੍ਰੋਡਕਟ ਹੋਏਗੀ, ਕਾਰਟੇਸ਼ੀਅਨ ਪ੍ਰੋਡਕਟ ਫਰੋਮ A to B, ਉਹਦਾ ਜਿਹੜਾ ਸਬਸੈਟ ਹੈ that will be relation from A to B। ਉਹ ਆਪਣੇ ਕੋਲ A to B ਇੱਕ ਆਪਣੇ ਕੋਲ ਰਿਲੇਸ਼ਨ ਬਣੇਗਾ। ਤਾਂ ਉਹ ਆਪਣੇ ਕੋਲ ਟੋਟਲ ਕਿੰਨੇ ਰਿਲੇਸ਼ਨਸ ਜਿਹੜੇ ਹੈਗੇ ਨੇ ਆਪਣੇ ਕੋਲ ਪੋਸੀਬਲ ਹੈਗੇ ਨੇ, ਕਿਉਂਕਿ A क्रॉस B ਦੇ ਵਿੱਚ ਤਾਂ ਆਪਣੇ ਕੋਲ ਸਾਰੇ ਐਲੀਮੈਂਟ ਆ ਜਾਣਗੇ, ਬਟ ਉਸ ਕਾਰਟੇਸ਼ੀਅਨ ਪ੍ਰੋਡਕਟ ਦੇ ਵਿੱਚ ਆਪਾਂ ਕਿੰਨੇ ਰਿਲੇਸ਼ਨਸ ਇਸਟੈਬਲਿਸ਼ ਕਰ ਸਕਦੇ ਹਾਂ, ਠੀਕ ਹੈ। ਇਹ ਆਪਾਂ ਹੁਣ ਫਾਈਂਡ ਆਊਟ ਕਰਨਾ ਹੈ ਐਂਡ ਦਿਸ ਇਜ਼ ਵੈਰੀ ਕੁਆਇਟ ਸਿੰਪਲ। ਕਹਿਣ ਦਾ ਮਤਲਬ ਕਿ ਇੱਕ ਸੈੱਟ ਦੇ ਜਿੰਨੇ ਸਬਸੈਟ ਹੋਣਗੇ ਉਨੇ ਹੀ ਆਪਣੇ ਕੋਲ ਰਿਲੇਸ਼ਨਸ ਹੋਣਗੇ। ਹੁਣ ਦੇਖੋ, ਜੇ ਆਪਣੇ ਕੋਲ A ਕੋਈ ਸੈੱਟ ਹੈਗਾ, ਹੈ ਨਾ, A ਇਜ਼ ਇਕੁਅਲ ਟੂ ਕੋਈ ਵੀ ਆਪਾਂ ਸੈੱਟ ਲੈ ਲੈਂਦੇ ਹਾਂ 1 2 3। ਜੇ ਆਪਾਂ ਇਸ ਦੇ ਸਬਸੈਟ ਨਿਕਾਲਣੇ ਹੋਣ ਕਿੰਨੇ ਸਬਸੈਟ ਬਣਨਗੇ, ਤਾਂ ਟੋਟਲ ਨੰਬਰ ਆਫ ਸਬਸੈਟ ਕਿੰਨੇ ਹੋਣਗੇ 2⁻³ ਇਜ਼ ਇਕੁਅਲ ਟੂ 8। ਤਾਂ ਇਸ A ਸੈੱਟ ਦੇ ਆਪਣੇ ਕੋਲ ਇੰਨੇ ਸਬਸੈਟ ਬਣਦੇ ਨੇ। ਲੇਕਿਨ ਹੁਣ ਆਪਣੇ ਕੋਲ ਇੱਥੇ ਜਿਹੜਾ ਹੈਗਾ ਆ ਕਾਰਟੇਸ਼ੀਅਨ ਪ੍ਰੋਡਕਟ ਹੈਗੀ ਹੈ। ਹੁਣ A ਦੇ ਵਿੱਚ ਕਿੰਨੇ ਐਲੀਮੈਂਟ ਹੈਗੇ ਨੇ, B ਦੇ ਵਿੱਚ ਕਿੰਨੇ ਐਲੀਮੈਂਟ ਹੈਗੇ ਨੇ, ਉਹਨਾਂ ਦੇ ਉੱਪਰ ਡਿਪੈਂਡ ਕਰੇਗਾ। ਆਪਾਂ ਕੀ ਕੀਤਾ, ਸਪੋਜ਼ ਦੇਟ ਨੰਬਰ ਆਫ ਐਲੀਮੈਂਟ ਇਨ A ਸੈਟ ਇਜ਼ ਇਕੁਅਲ ਟੂ P ਐਂਡ ਨੰਬਰ ਆਫ ਐਲੀਮੈਂਟ ਇਨ ਸੈਟ B ਇਜ਼ ਇਕੁਅਲ ਟੂ Q। ਜਿਹੜਾ A ਸੈਟ ਹੈਗਾ ਉਸ ਦੇ ਵਿੱਚ P ਐਲੀਮੈਂਟ ਹੈਗੇ ਨੇ, Q ਜਿਹੜਾ ਸੈਟ ਹੈਗਾ ਉਸ ਦੇ ਵਿੱਚ ਜਿਹੜਾ B ਸੈਟ ਹੈਗਾ ਉਸ ਦੇ ਵਿੱਚ Q ਐਲੀਮੈਂਟ ਹੈਗੇ ਨੇ। ਤਾਂ ਨੰਬਰ ਆਫ ਐਲੀਮੈਂਟ ਇਨ A क्रॉस B ਕਿੰਨਾ ਹੋਊਗਾ, P Q ਦੇ ਬਰਾਬਰ ਆਏਗਾ। ਆਪਾਂ ਪਿਛਲੇ ਜਦੋਂ ਲੈਕਚਰ ਸਟਾਰਟ ਕੀਤਾ ਸੀ ਉਦੋਂ ਵੀ ਆਪਾਂ ਡਿਸਕਸ ਕੀਤਾ ਸੀਗਾ ਕਿ ਨੰਬਰ ਆਫ ਐਲੀਮੈਂਟ ਇਨ ਕਾਰਟੇਸ਼ੀਅਨ ਪ੍ਰੋਡਕਟ ਕਿੰਨੇ ਹੋਣਗੇ, ਤਾਂ ਉਹ ਆਪਣੇ ਕੋਲ ਇਜ਼ ਇਕੁਅਲ ਟੂ PQ ਆਏਗਾ। ਹੁਣ ਆਪਣੇ ਕੋਲ A क्रॉस B ਜਿਹੜੀ ਕਾਰਟੇਸ਼ੀਅਨ ਪ੍ਰੋਡਕਟ ਬਣਦੀ ਹੈ ਉਸ ਦੇ ਵਿੱਚ ਐਲੀਮੈਂਟ ਤਾਂ ਬਣਦੇ ਨੇ PQ। ਤਾਂ ਆਪਾਂ ਨੂੰ ਇਹ ਵੀ ਪਤਾ ਹੈਗਾ ਕਿ ਜਿਹੜੇ ਸਬਸੈਟ ਹੁੰਦੇ ਨੇ ਕਾਰਟੇਸ਼ੀਅਨ ਪ੍ਰੋਡਕਟ ਦੇ ਉਹ ਸਾਰੇ ਕੀ ਹੁੰਦੇ ਨੇ, ਰਿਲੇਸ਼ਨਸ ਬਣਦੇ ਨੇ। ਆਪਾਂ ਕੀ ਨਿਕਾਲਣਾ ਹੈ, ਟੋਟਲ ਨੰਬਰ ਆਫ ਰਿਲੇਸ਼ਨਸ। ਤਾਂ ਜਿਹੜੇ ਟੋਟਲ ਨੰਬਰ ਆਫ ਰਿਲੇਸ਼ਨਸ ਜਿਹੜੇ ਹੋਣਗੇ these will be equal to 2⁻² PQ। ਜਿੰਨੇ ਸਬਸੈਟ ਹੋਣਗੇ ਉਨੇ ਹੀ ਆਪਣੇ ਕੋਲ ਟੋਟਲ ਨੰਬਰ ਆਫ ਰਿਲੇਸ਼ਨਸ ਆਪਣੇ ਕੋਲ ਬਣ ਜਾਣਗੇ। ਇਸ ਦੀ ਇੱਕ ਐਗਜ਼ਾਮਪਲ ਦੇਖੋ, ਤੁਹਾਡੀ ਬੁੱਕ ਦੇ ਵਿੱਚ ਆਹੀ ਐਗਜ਼ਾਮਪਲ ਦਿੱਤੀ ਹੋਈ ਹੈ ਨਾ। A ਦੇ ਵਿੱਚ ਐਲੀਮੈਂਟ ਹੈਗੇ ਨੇ 1 2, B ਦੇ ਵਿੱਚ ਹੈਗੇ ਨੇ 3 4। ਤਾਂ ਫਾਈਂਡ ਟੋਟਲ ਨੰਬਰ ਆਫ ਰਿਲੇਸ਼ਨਸ ਫਰੋਮ A to B। ਆਪਾਂ ਕੀ ਕਰਾਂਗੇ, ਸਭ ਤੋਂ ਪਹਿਲਾਂ A क्रॉस B ਨਿਕਾਲਾਂਗੇ। ਇਹਨਾਂ ਦੀ ਕਾਰਟੇਸ਼ੀਅਨ ਪ੍ਰੋਡਕਟ ਆਪਾਂ ਲੈ ਲਈ ਹੈ ਨਾ, ਤੇ ਉਹ ਕਾਰਟੇਸ਼ੀਅਨ ਪ੍ਰੋਡਕਟ ਆਪਣੇ ਕੋਲ ਕੀ ਬਣਦੀ ਹੈ 1 3 1 4 2 3 2 4। ਇਹ ਆਪਣੇ ਕੋਲ ਕਾਰਟੇਸ਼ੀਅਨ ਪ੍ਰੋਡਕਟ ਬਣ ਗਈ। ਇਸ ਤੋਂ ਬਾਅਦ ਕੀ ਕਰਨਾ ਪਏਗਾ, ਇਹਦੇ ਵਿੱਚ ਕਿੰਨੇ ਆਰਡਰ ਪੇਅਰ ਆਏ ਨੇ 1
2 3 4 ਤਾਂ ਟੋਟਲ ਨੰਬਰ ਆਫ ਐਲੀਮੈਂਟ ਇਨ A क्रॉस B ਕਿੰਨਾ ਹੋ ਗਿਆ 4 ਹੋ ਗਿਆ। ਆਪਾਂ ਨੂੰ ਤੇ ਇਸ ਦੇ ਟੋਟਲ ਸਬਸੈਟ ਕਿੰਨੇ ਬਣਨਗੇ ਟੋਟਲ ਨੰਬਰ ਆਫ ਸਬਸੈਟ ਆਫ A क्रॉस B 2 रेज़ टू पावर 4 ਤਾਂ ਜਿੰਨੇ ਇਸ ਦੇ ਸਬਸੈਟ ਬਣਨਗੇ ਉਨੇ ਹੀ ਆਪਣੇ ਕੋਲ ਰਿਲੇਸ਼ਨਸ ਆਣਗੇ। ਕਲੀਅਰ ਤਾਂ ਟੋਟਲ ਨੰਬਰ ਆਫ relations from A to B will be equal to 2 raised to power 4 मतलब you will do 2 into 2 into 2 into 2 4 times this will be 16 ਤਾਂ ਇਹਨੇ ਆਪਣੇ ਕੋਲ ਰਿਲੇਸ਼ਨਸ ਇਸਟੈਬਲਿਸ਼ ਹੋਣਗੇ ਜੇ A ਦੇ ਵਿੱਚ ਦੋ ਐਲੀਮੈਂਟ ਹੈਗੇ ਨੇ B ਦੇ ਵਿੱਚ ਦੋ ਐਲੀਮੈਂਟ ਹੈਗੇ ਨੇ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਉਸ ਕਾਰਟੇਸ਼ੀਅਨ ਆਰਡਰ ਦੇ ਵਿੱਚ ਕਿੰਨੇ ਐਲੀਮੈਂਟ ਬਣਦੇ ਨੇ ਕਿੰਨੇ ਆਰਡਰ ਪੇਅਰਸ ਬਣਦੇ ਨੇ ठीक है ना तो वो अपने कोल टोटल रिलेशंस निकालने वास्ते 2 दी पावर पी क्यू अपन नूं करना पेगा। इत्थे अपन नूं एक रिमार्क दिता होया है ना सी दिस पॉइंट केयरफुली वैसे तो मैं एक्सप्लेन करता रिलेशन फ्रॉम ए टू ए इज स्टेटेड दैट रिलेशन ऑन ए ਜਿਹੜੀ मैं ਤੁਹਾਨੂੰ ਪਿੱਛੇ एग्जांपल ਦਿੱਤੀ ਸੀਗੀ ਜਦੋਂ ਆਪਣੇ ਕੋਲ A to A ਜਿਹੜਾ ਰਿਲੇਸ਼ਨ ਹੋਏਗਾ that will be relation on the set A ਇਸ ਦੇ ਨਾਲ ਕੀ ਹੈ ਕਿ ਆਪਾਂ ਆਪਣੇ ਕੋਲ ਇਸ ਤੁਹਾਡੀ ਬੁੱਕ ਦੇ ਵਿੱਚੋਂ ਹੀ ਮੈਂ ਦੋ ਕੁਐਸਚਨਸ ਤੁਹਾਡੇ ਨਾਲ ਡਿਸਕਸ ਕਰਨਾ ਚਾਹੂੰਗਾ ਇੱਕ ਤਾਂ ਹੈਗਾ ਕੁਐਸਚਨ ਨੰਬਰ 6 ਤੇ ਇੱਕ ਹੈਗਾ ਕੁਐਸਚਨ ਨੰਬਰ 9 ਬਾਕੀ ਦੇ ਕੁਐਸਚਨਸ ਤਾਂ ਸਿੰਪਲ ਹੈਗੇ ਨੇ ਯੂ ਕੈਨ ਡੂ ਯੂਅਰਸੈਲਫ ਲੇਕਿਨ ਆਪਾਂ ਇੱਥੇ ਆ ਦੋ ਕੁਐਸਚਨਸ ਡਿਸਕਸ ਕਰਨੇ ਆ ਓਕੇ। ਉਸ ਤੋਂ ਬਾਅਦ ਕੀ ਹੈ ਕਿ ਤੁਸੀਂ ਆ ਜਾਓ ਆ ਤੁਹਾਡਾ ਫਸਟ ਕੁਐਸਚਨ ਰਿਹਾ ਹੁਣ ਇਸ ਕੁਐਸਚਨ ਦੇ ਵਿੱਚ ਕੀ ਹੈ ਕਿ ਡਿਟਰਮਾਈਨ ਦਾ ਡੋਮੇਨ ਐਂਡ ਰੇਂਜ ਆਫ ਦਾ ਰਿਲੇਸ਼ਨ ਆਰ ਡਿਫਾਈਨਡ ਬਾਈ this relation and x is equal to कितना है अपने को 0 1 2 3 4 5 एंड डोमेन कितनी होएगी तो इसकी रेंज कितनी होएगी। तो कहने का मतलब हो गया कि जड़ा सैट है वो अपन आ दिता हुआ है ठीक है ना तो जिन्ने भी ऑर्डर पेयर अपन को बननगे वो अपन को इस सैट का मैंबर होना चाहिए है इस चीज़ का ध्यान रखो। तो इस की है कि पहला ऑर्डर पेयर जे तुसी x इक्वल टू 0 लेंदे हो तो तुहाडे कोल की बनेगा 0 5 एक तो अपने कोल R दे विच आ एलिमेंट बनता है जे तुसी x इज इक्वल टू 1 लेंदे हो फिर तुहाडे कोल बन जूगा 1 ते 1 + 5 6 आ जाएगा। एवें जे तुसी x इक्वल टू 2 लेंदे हो तो तुहाडे कोल की आ जाएगा 2 एंड 5 + 2 7 बन जाएगा ठीक है ना। ਤਾਂ ਤੁਸੀਂ ਇੱਥੇ ਪੁੱਟ ਕਰਨਾ x ਦੀ ਵੈਲਿਊ ਤਾਂ x ਇਕੁਅਲ ਟੂ 3 ਲੋਗੇ ਤਾਂ ਤੁਹਾਡੇ ਕੋਲ 3 + 5 8 ਆ ਜਾਏਗਾ ਐਂਡ ਸੋ ਔਨ। ਹੁਣ ਇਸ ਦੇ ਵਿੱਚ ਕੀ ਹੈ ਕਿ ਆ ਆਰਡਰ ਪੇਅਰ ਪੋਸੀਬਲ ਨਹੀਂ ਹੈਗਾ ਆ ਵੀ ਪੋਸੀਬਲ ਨਹੀਂ ਹੈਗਾ ਆ ਵੀ ਪੋਸੀਬਲ ਨਹੀਂ ਹੈ ਕਿਉਂਕਿ ਜਿਹੜਾ 6 ਹੈਗਾ ਉਹ ਆਪਣੇ ਕੋਲ ਜਿਹੜਾ ਸੈੱਟ ਆਪਾਂ ਨੂੰ ਦਿੱਤਾ ਹੋਇਆ ਉਸ ਵਿੱਚ ਹੈ ਹੀ ਨਹੀਂ 7 ਵੀ ਨਹੀਂ ਹੈਗਾ 8 ਵੀ ਨਹੀਂ ਹੈਗਾ ਤਾਂ ਇਸ ਕਰਕੇ ਆ ਵਾਲੇ ਆਰਡਰ ਪੇਅਰ ਤਾਂ ਆਣਗੇ ਨਹੀਂ। ਤਾਂ ਇਸ ਦਾ ਮਤਲਬ ਇਹ ਹੋਇਆ ਕਿ ਜਿਹੜਾ ਆਰ ਰਿਲੇਸ਼ਨ ਹੈਗਾ ਇਸ ਦੇ ਵਿੱਚ ਆਪਣੇ ਕੋਲ ਇੱਕੋ ਹੀ ਆਰਡਰ ਪੇਅਰ ਆ ਰਿਹਾ ਠੀਕ ਆਹੀ ਆਰਡਰ ਪੇਅਰ ਅਕੋਰਡਿੰਗ ਟੂ ਗਿਵਨ ਕੰਡੀਸ਼ਨ ਅਕੋਰਡਿੰਗ ਟੂ ਗਿਵਨ ਡੈਫੀਨੇਸ਼ਨ। ਜੇ ਹੁਣ ਇਸ ਦੀ ਆਪਾਂ ਡੋਮੇਨ ਲਿਖਣੀ ਹੋਵੇ ਡੋਮੇਨ ਆਫ ਆਰ ਠੀਕ ਹੈ ਨਾ ਤਾਂ ਉਹ ਕੀ ਬਣ ਜਾਊਗੀ ਇੱਕੋ ਹੀ ਐਲੀਮੈਂਟ ਆਏਗਾ 0 ਤੇ ਜੇ ਆਪਾਂ ਅਰੇਂਜ ਨਿਕਾਲਣਾ ਹੋਵੇ ਰੇਂਜ ਆਫ ਆਰ ਤਾਂ ਉਹ ਕੀ ਹੋ ਜਾਊਗਾ 5 ਤਾਂ ਡੋਮੇਨ ਦੇ ਵਿੱਚ ਪਹਿਲੇ ਵਾਲਾ ਐਲੀਮੈਂਟ ਆਏਗਾ ਰੇਂਜ ਦੇ ਵਿੱਚ ਸੈਕੰਡ ਵਾਲਾ ਐਲੀਮੈਂਟ ਆਏਗਾ ਤਾਂ ਇਹ ਇਸ ਦੀ ਰੇਂਜ ਅਤੇ ਡੋਮੇਨ ਬਣਦੀ ਹੈ। ਨੈਕਸਟ ਕੁਐਸਚਨ ਜਿਹੜਾ ਹੈ ਆਪਣੇ ਕੋਲ let R be the relation on Z defined by R is equal to this one AB such that A and B belongs to Z Z ਕੀ ਹੁੰਦਾ ਆਪਣੇ ਕੋਲ set of integers okay and A minus B this is the condition
ਹੁਣ a ਦਾ ਰਿਲੇਸ਼ਨ b ਨਾਲ ਤਾਂ ਬਣੂਗਾ ਜੇ a ਮਾਈਨਸ b ਕਰੀਏ ਤਾਂ ਉਹ ਆਪਣੇ ਕੋਲ ਇੰਟੀਜਰ ਹੀ ਹੋਣਾ ਚਾਹੀਦਾ ਹੈ। ਤਾਂ z ਇਕੁਅਲ ਟੂ ਆਪਣੇ ਕੋਲ ਪਹਿਲਾਂ ਤਾਂ ਸੈੱਟ ਦੇਖੋ ਕੀ ਬਣਦਾ, 0 ਹੋ ਗਿਆ, प्लस माइनस 1 आ जाएगा, प्लस माइनस 2 आएगा, प्लस माइनस 3 आएगा, प्लस माइनस 4 आएगा एंड सो ऑन। ये सारे अपन को की है ने इंटीजर है ने। हुण इन्हां विचों कोई भी एलीमेंट ए हो सकता है, कोई भी एलीमेंट अपन को बी हो सकता है। इंटीजर दे विचों जे तुसीं इंटीजर माइनस करदे हो, आपां की कीता कि सपोज ए इज इक्वल टू आपां लिता 7, बी इज इक्वल टू लिता आपां 2, ए माइनस बी की होगा 7 माइनस 2 इज इक्वल टू 5, 5 की है अपने को इंटीजर। एवं जे तुसी ए इज इक्वल टू लेंदे हो -6, बी इज इक्वल टू आप लेने -2, तो ए माइनस बी इक्वल टू की बनेगा -6 प्लस 2 इज इक्वल टू -4। आ भी की है अपने को इंटीजर। इसका मतलब ये होया कि जदों आपां सैट दे विचों कोई भी दो एलीमेंट लेने हाँ तो उन्हों का डिफरेंस जिहड़ा है वो अपने को इंटीजर ही रहूगा, क्योंकि Z जिहड़ा सैट है वो आपां नूं इंटीजर ही दिता होया है। ओके, तो इस दे विच की होएगा, जिहड़ा R है उस विच जिन्ने भी ऑर्डर पेयर है ने, जिन्ने भी Z दे विच एलीमेंट है ने, उन्हां सारिआं दा की आ जाऊगा, हर एक एलीमेंट का हर एक एलीमेंट दे नाल रिलेशन होएगा। नंबर 2 ते ये जिहड़ा रिलेशन जिहड़ा बनेगा वो इनफाइनाइट होएगा। इनफाइनाइट क्यों होएगा? क्योंकि Z दे विच तां एलीमेंट अपन कोल इनफिनिटी तक जाते हैं, इस करके ये अपने कोल इनफाइनाइट रिलेशन बनेगा। इत्थे तुसीं देखो जिवें आपां 0 हो गया, 1 हो गया, 2 हो गया, 3 हो गया, 4 हो गया, एवें चलता रहूगा है ना इनफिनिटी तक। एवें इधर -1 हो गया, -2 हो गया, -3 हो गया, ठीक है ना। तो यह भी जिहड़ा है अपने कोल इस तरह ही चलता रहूगा। तो इस नाल की है अपने कोल माइनस इनफिनिटी तो लैके इधर प्लस इनफिनिटी तक ਜਿਹੜੇ ਹੈਗੇ ਨੇ ਆਪਣੇ ਇੰਟੀਜਰਸ ਉਹ ਚੱਲਦੇ ਰਹਿਣਗੇ, ਠੀਕ ਹੈ ਨਾ। ਤਾਂ ਹੁਣ ਕੀ ਹੈ ਕਿ ਤੁਸੀਂ ਆ ਵੀ ਰਿਲੇਸ਼ਨ ਲੈ ਸਕਦੇ ਹੋ, ਆ ਵੀ ਲੈ ਸਕਦੇ ਹੋ, ਆ ਵੀ ਲੈ ਸਕਦੇ ਹੋ, ਇਹਦੇ ਨਾਲ ਵੀ ਬਣ ਸਕਦਾ ਹੈ, ਇਸ ਨਾਲ ਵੀ ਬਣ ਸਕਦਾ ਹੈ, ਆ ਵੀ ਇਹਦੇ ਨਾਲ ਹੋ ਸਕਦਾ ਹੈ, ਕੁਝ ਵੀ ਆਪਣੇ ਕੋਲ ਆਰਡਰ ਪੇਅਰਸ ਤੁਸੀਂ ਲੈ ਸਕਦੇ ਹੋ, ਸਾਰਿਆਂ ਦਾ ਰਿਲੇਸ਼ਨ ਹਰੇਕ ਐਲੀਮੈਂਟ ਨਾਲ ਬਣੇਗਾ। ਨੰਬਰ 1। ਹੁਣ ਇੱਥੇ ਕੀ ਹੈ ਕਿ R ਇਜ਼ ਇਕੁਅਲ ਟੂ ਕੀ ਹੋ ਗਿਆ ਆਪਣੇ ਕੋਲ ए बी, ए जिहड़ा है वो अपने कोल Z च बिलोंग करता है, बी भी अपने कोल Z च बिलोंग करता है, ठीक है ना। तो ये सारे ही ऑर्डर पेयर्स अपने को आ जाएंगे सच दैट, तो इहदा डिफरेंस जिहड़ा है अपना इंटीजर है ही है। तो जे सैट अपने को इंटीजर दिता होया तो कंडीशन सैटिस्फाइड। डोमेन, डोमेन इसकी की बनूगी, डोमेन ऑफ R इज इक्वल टू 0 भी आएगा, +-1 भी आएगा, +-2 भी आएगा, +-3 भी आएगा एंड सो ऑन। इज इक्वल टू कितना बन जाएगा, Z दे इक्वल ही आ जाएगा। तो जिहड़ी जे तुसी इसकी रेंज लिखते हो, रेंज ऑफ R, तो यह भी की होएगी अपन को 0 +-1 +-2 +-3 एंड सो ऑन। आ भी अपने को Z दे इक्वल ही बनेगी। तो डोमेन भी इसकी Z बनती है, रेंज भी इसकी Z बनती है। ओके, तो इस तरह आप एंड की रेंज और डोमेन जी है वो आप निकाल सकते हाँ। इस विच आप 3 कंसैप्ट होर आप थोड़े जे एडवांस डिस्कस कर जा रहे हैं। ओके, तो वो जोड़े एडवांस जोड़े कंसैप्ट है ने अपने कोल उहदे च की करांगे आप 3 डेफिनेशन है ने अपने कोल। वो डेफिनेशन की है, सब तो पहला है अपने कोल कि रिलेशन जिहड़े है वो किन्ने प्रकार का होंदा है, ठीक। तो सब तो पहला अपने को आ गया रिफ्लैक्सिव, R इज रिफ्लैक्सिव। सॉरी इन्हू कैंसिल किया, R इज रिफ्लैक्सिव। जिहड़ा R है वो अपने कोल रिफ्लैक्सिव होंदा है। इसनूं आपां रिफ्लैक्सिव रिलेशन भी बोल देने हाँ, ठीक है ना। रिफ्लैक्सिव
ਰਿਲੇਸ਼ਨ। ਰਿਫਲੈਕਸਿਵ ਰਿਲੇਸ਼ਨ ਕਿਹੜਾ ਹੁੰਦਾ ਹੈ? ਰਿਫਲੈਕਸਿਵ ਦਾ ਮਤਲਬ ਕੀ ਹੈ ਕਿ ਉਸ ਦਾ ਪ੍ਰਤੀਬਿੰਬ ਹੋ ਗਿਆ ਹੈ ਨਾ। ਜਿਵੇਂ ਆਪਾਂ ਮਿਰਰ ਦੇ ਸਾਹਮਣੇ ਖੜੇ ਹੁੰਦੇ ਆ ਤਾਂ ਆਪਣੀ ਜੋ ਸ਼ਕਲ ਹੈਗੀ ਹੈ ਉਹ ਉਵੇਂ ਦਾ ਉਵੇਂ ਆਪਾਂ ਨੂੰ ਮਿਰਰ ਦੇ ਵਿੱਚ ਆਪਾਂ ਨੂੰ ਦਿਖਾਈ ਜਾਂਦੀ ਹੈ, ਤਾਂ ਦੋਨੋਂ ਸੇਮ ਹੈਗੇ ਨੇ ਹੈ ਨਾ। ਉਹ ਉੱਥੋਂ ਹੀ ਕੀ ਹੈ ਕਿ ਆਪਾਂ ਨੂੰ ਆ ਰਿਫਲੈਕਸਿਵ ਰਿਲੇਸ਼ਨ ਜਿਹੜਾ ਹੈਗਾ ਆਪਾਂ ਕੋਲ ਬਣਿਆ। ਹੁਣ ਇਸ ਦੀ ਡੈਫੀਨੇਸ਼ਨ ਦੀ ਜੇ ਆਪਾਂ ਗੱਲ ਕਰੀਏ, ਇਹ ਰਿਲੇਸ਼ਨ ਡੈਫੀਨੇਸ਼ਨ, ਇਹ ਰਿਲੇਸ਼ਨ R is said to be reflexive if x belongs to R for all, ਆ ਜਿਹੜਾ ਸਾਈਨ ਹੈ ਨਾ for all ਦਾ ਹੁੰਦਾ ਹੈ, for all x belongs to A। ਓਕੇ, ਤਾਂ ਇਸ ਦਾ ਮਤਲਬ ਕੀ ਹੋਇਆ ਕਿ ਇਹਦੇ ਵਿੱਚ ਜਿੰਨੇ ਵੀ ਐਲੀਮੈਂਟ ਹੈਗੇ ਨੇ ਉਹਨਾਂ ਸਾਰਿਆਂ ਦਾ ਆਪਣੇ ਆਪ ਦੇ ਨਾਲ ਰਿਲੇਸ਼ਨ ਐਗਜ਼ਿਸਟ ਕਰਨਾ ਚਾਹੀਦਾ ਹੈ, ਠੀਕ ਹੈ ਨਾ। ਐਕਸ ਦਾ ਐਕਸ ਨਾਲ ਮਤਲਬ ਕੀ ਹੋਏਗਾ, ਜੇ ਆਪਣੇ ਕੋਲ ਐਗਜ਼ਾਮਪਲ A ਇਜ਼ ਇਕੁਅਲ ਟੂ, ਇਹ ਆਪਣੇ ਕੋਲ ਸੈੱਟ ਹੈਗਾ, ਇਸ ਦੇ ਵਿੱਚ ਐਲੀਮੈਂਟ ਹੈਗੇ ਨੇ 1 2 3, ਆਪਾਂ ਇੱਕ ਰਿਲੇਸ਼ਨ ਡਿਫਾਈਨ ਕੀਤਾ, R is equal to AB such that A is less than and equal to B where AB belongs to A। ਆ ਆਪਣੇ ਕੋਲ ਇੱਕ ਰਿਲੇਸ਼ਨ ਹੈ ਨਾ। ਤਾਂ ਇਸ ਦੇ ਵਿੱਚ ਤੁਸੀਂ ਦੇਖੋ, ਆਪਾਂ ਚੈੱਕ ਕਰਨੇ ਆ ਕਿ ਆਪਣੇ ਕੋਲ ਆ ਰਿਫਲੈਕਸਿਵ ਹੈਗਾ। ਪਹਿਲਾਂ ਤਾਂ ਇਸ ਦੇ ਆਪਾਂ ਐਲੀਮੈਂਟ ਕੱਢਨੇ ਆ ਹੈ ਨਾ, ਆਰਡਰ ਪੇਅਰਸ ਕਿਹੜੇ ਕਿਹੜੇ ਬਣਦੇ ਨੇ। ਇਸ ਕੰਡੀਸ਼ਨ ਨੂੰ ਸੈਟੀਸਫਾਈ ਕਰਨਾ ਚਾਹੀਦਾ। ਇਸ ਦਾ ਮਤਲਬ ਇਹ ਹੈਗਾ ਕਿ A ਦਾ ਰਿਲੇਸ਼ਨ B ਨਾਲ ਤਾਂ ਬਣੂਗਾ ਜਾਂ ਤਾਂ ਉਹ B ਤੋਂ ਛੋਟਾ ਹੋਣਾ ਚਾਹੀਦਾ ਜਾਂ ਉਹ B ਦੇ ਇਕੁਅਲ ਹੋਣਾ ਚਾਹੀਦਾ, ਗ੍ਰੇਟਰ ਨਹੀਂ ਹੋ ਸਕਦਾ। ਤਾਂ 1 1 ਬਣੇਗਾ, ਇਸ ਵਿੱਚ 1 2 ਵੀ ਬਣੇਗਾ, 1 2 ਤੋਂ ਛੋਟਾ ਹੈ, 1 3 ਵੀ ਬਣੇਗਾ। ਉਸ ਤੋਂ ਬਾਅਦ 2 ਜਿਹੜਾ ਹੈ 2 ਦਾ ਰਿਲੇਸ਼ਨ 2 ਨਾਲ ਹੋਏਗਾ, ਕਿਉਂਕਿ 2 ਦਾ ਰਿਲੇਸ਼ਨ 1 ਦੇ ਨਾਲ ਨਹੀਂ ਹੋ ਸਕਦਾ। ਜੇ ਤੁਸੀਂ 2 1 ਲਓਗੇ ਆ ਤਾਂ ਆਪਣੇ ਕੋਲ ਕੰਡੀਸ਼ਨ ਨੂੰ ਸੈਟੀਸਫਾਈ ਕਰਦੇ, ਨਾ ਤਾਂ ਉਹ 2 1 ਦੇ ਇਕੁਅਲ ਹੈਗਾ, ਨਾ ਹੀ 2 1 ਤੋਂ ਛੋਟਾ ਹੈਗਾ, ਤਾਂ ਇਹ ਤਾਂ ਆਪਾਂ ਲੈ ਨਹੀਂ ਸਕਦੇ। 2 3 ਵੀ ਆਪਾਂ ਲੈ ਸਕਦੇ ਹਾਂ, ਤੇ ਇੱਕੋ ਆਰਡਰ ਪੇਅਰ ਹੋ ਰਹੇਗਾ 3 3। ਤਾਂ ਜਿਹੜਾ ਆਪਣੇ ਕੋਲ ਇੱਥੇ R ਰਿਲੇਸ਼ਨ ਜਿਹੜਾ ਬਣਿਆ ਹੈ, ਇਸ ਵਿੱਚ ਆਹ ਵਾਲੇ ਆਰਡਰ ਪੇਅਰਸ ਆਪਣੇ ਕੋਲ ਇੱਥੇ ਆ ਰਹੇ ਨੇ। ਕਲੀਅਰ। ਹੁਣ ਕੀ ਇਹ ਆਪਣੇ ਕੋਲ ਰਿਫਲੈਕਸਿਵ ਹੈ? ਤੇ ਰਿਫਲੈਕਸਿਵ ਦਾ ਮਤਲਬ ਕੀ ਹੈਗਾ ਕਿ 1 ਦਾ ਰਿਲੇਸ਼ਨ 1 ਦੇ ਨਾਲ ਹੋਣਾ ਚਾਹੀਦਾ, 1 1 ਉਹ ਆਪਣੇ ਕੋਲ ਇੱਥੇ ਆ ਗਿਆ। ਕਲੀਅਰ। ਉਸ ਤੋਂ ਬਾਅਦ ਜਿਹੜਾ ਹੈਗਾ ਨੈਕਸਟ 2 ਦਾ ਰਿਲੇਸ਼ਨ 2 ਦੇ ਨਾਲ ਹੋਣਾ ਚਾਹੀਦਾ, 2 2 ਵੀ ਇਸ ਵਿੱਚ ਆ ਰਿਹਾ। ਉਸ ਤੋਂ ਬਾਅਦ 3 ਇਸ ਵਿੱਚ ਹੈਗਾ, ਤਾਂ 3 ਦਾ ਰਿਲੇਸ਼ਨ 3 ਨਾਲ ਹੋਣਾ ਚਾਹੀਦਾ, ਉਹ ਵੀ ਆਪਣੇ ਕੋਲ ਇਸ ਵਿੱਚ ਐਗਜ਼ਿਸਟ ਕਰਦਾ ਹੈ। ਇਸ ਦਾ ਮਤਲਬ ਕੀ ਹੋਊਗਾ, this implies x belongs to R for all x belongs to A। ਇਹਦੇ ਵਿੱਚ ਜਿੰਨੇ ਵੀ ਐਲੀਮੈਂਟ ਹੈਗੇ ਨੇ ਉਹਨਾਂ ਸਾਰਿਆਂ ਦਾ ਰਿਲੇਸ਼ਨ ਆਪਣੇ ਆਪ ਦੇ ਨਾਲ ਬਣਦਾ ਹੈ। ਇਸ ਕਰਕੇ ਜਿਹੜਾ ਆਪਣੇ ਕੋਲ R ਰਿਲੇਸ਼ਨ ਹੈਗਾ, R is reflexive। ਤਾਂ ਜਿਹੜਾ R ਹੈ ਉਹ ਆਪਣੇ ਕੋਲ ਕੀ ਹੋ ਗਿਆ, ਰਿਫਲੈਕਸਿਵ ਹੋ ਗਿਆ। ਠੀਕ, ਐਵੇਂ ਹੀ ਤੁਸੀਂ ਇੱਕ ਹੋਰ ਜਿਹੜੀ ਹੈਗੀ ਹੈ ਨੈਕਸਟ ਆਪਾਂ ਇੱਕ ਹੋਰ ਡੈਫੀਨੇਸ਼ਨ ਡਿਸਕਸ ਕਰਨੇ ਆ, ਸਿਮੈਟ੍ਰਿਕ। ਸਿਮੈਟ੍ਰਿਕ ਦੇ ਵਿੱਚ ਕੀ ਹੋਏਗਾ, ਜਾਂ ਆਪਣੇ ਕੋਲ ਸਿਮੈਟ੍ਰਿਕ ਰਿਲੇਸ਼ਨ ਜਿਹੜਾ ਹੁੰਦਾ ਹੈ ਉਹ ਆਪਣੇ ਕੋਲ ਕਿਹੜਾ ਹੋਏਗਾ, ਹੈ ਨਾ। ਤਾਂ ਸਿਮੈਟ੍ਰਿਕ ਰਿਲੇਸ਼ਨ ਇਹ ਆਪਣੇ ਕੋਲ ਦੂਸਰੀ ਟਾਈਪ ਆ ਗਈ, ਸਿਮੈਟ੍ਰਿਕ ਰਿਲੇਸ਼ਨ। ਜੇ ਆਪਾਂ ਡੈਫੀਨੇਸ਼ਨ ਦੀ ਗੱਲ ਕਰੀਏ ਤਾਂ ਡੈਫੀਨੇਸ਼ਨ ਇਸ ਦੀ ਬਣਦੀ ਹੈ
A relation R, a relation, sorry, on R is said to be called is said to be sorry is said to be symmetric if AB belongs to R implies BA belongs to R। ਹੁਣ ਇਸ ਦਾ ਮਤਲਬ ਕੀ ਹੋਇਆ, ਇਹ ਕੰਡੀਸ਼ਨ ਹੈਗੀ ਹੈ ਜਦੋਂ ਤੁਸੀਂ ਸਿਮੈਟ੍ਰਿਕ ਰਿਲੇਸ਼ਨ ਦੀ ਗੱਲ ਕਰਦੇ ਹੋ ਤਾਂ ਆਹ ਕੰਡੀਸ਼ਨ ਆਪਾਂ ਨੂੰ ਹੋਲਡ ਕਰਨੀ ਚਾਹੀਦੀ ਹੈ। ਕਹਿਣ ਦਾ ਮਤਲਬ ਜੇ ਆਪਣੇ ਕੋਲ AB R ਦੇ ਵਿੱਚ ਬਿਲੋਂਗ ਕਰਦਾ ਹੈ ਤਾਂ ਇਸ ਦਾ ਮਤਲਬ ਇਹ ਹੋਊਗਾ ਇਫ A is related to B, A ਦਾ ਜੇ B ਦੇ ਨਾਲ ਰਿਲੇਸ਼ਨ ਹੈ ਤਾਂ B ਦਾ A ਦੇ ਨਾਲ ਵੀ ਰਿਲੇਸ਼ਨ ਹੋਣਾ ਚਾਹੀਦਾ ਹੈ। If A is related to B, B must be related to A। ਠੀਕ ਹੈ ਨਾ, ਜਿਵੇਂ ਆਪਣੇ ਕੋਲ ਇਹ ਆ ਲਾਈਨ ਹੈਗੀ ਹੈ ਨਾ, ਆ ਦੂਜੀ ਲਾਈਨ ਹੋ ਗਈ, ਆ L1 ਹੈ ਤੇ ਆ L2 ਹੈਗੀ ਹੈ। ਜੇ L1 ਲਾਈਨ L2 ਨੂੰ ਪੈਰਲਲ ਹੈਗੀ ਹੈ ਤਾਂ L1 ਦਾ ਰਿਲੇਸ਼ਨ ਕੀ ਹੋ ਗਿਆ, L2 ਦੇ ਨਾਲ ਹੋ ਗਿਆ। L1 is related to L2 ਕਿਉਂ ਹੈਗੀ ਹੈ, ਕਿਉਂ since L1 is parallel to L2 ਤੇ ਜੇ L1 L2 ਨੂੰ ਪੈਰਲਲ ਹੈਗੀ ਹੈ ਤਾਂ L2 ਵੀ ਤਾਂ ਆਪਣੇ ਕੋਲ L1 ਦੇ ਨਾਲ ਰਿਲੇਸ਼ਨ ਹੋਏਗਾ ਕਿਉਂਕਿ L2 is also parallel to L1 ਤੇ ਜਿਹੜੀ L2 ਤੇ L1 ਹੈਗੀ ਆ ਉਹ ਵੀ ਪੈਰਲਲ ਹੈਗੀਆਂ ਨੇ। ਤਾਂ ਇਸ ਕਰਕੇ ਇਹ ਜਿਹੜਾ ਰਿਲੇਸ਼ਨ ਹੈਗਾ L1 L2 belongs to R and R is symmetric ਤੇ ਇਹ ਆਪਣਾ ਕੋਲ symmetric ਬਣ ਜਾਏਗਾ। ਠੀਕ ਹੈ ਨਾ, ਜੇ A ਦਾ ਰਿਲੇਸ਼ਨ B ਨਾਲ ਹੈਗਾ ਤਾਂ B ਦਾ ਰਿਲੇਸ਼ਨ A ਨਾਲ ਹੋਣਾ ਚਾਹੀਦਾ ਹੈ। ਜੇ ਤੁਸੀਂ ਇਹਨੂੰ ਰੀਅਲ ਲਾਈਫ ਦੇ ਵਿੱਚ ਦੇਖਦੇ ਹੋ, ਜੇ A B ਦਾ ਫਰੈਂਡ ਹੈਗਾ, ਜੇ A B ਦਾ ਫਰੈਂਡ ਹੈਗਾ ਤਾਂ B ਵੀ ਤਾਂ A ਦਾ ਫਰੈਂਡ ਹੋਏਗਾ ਨਾ, ਤਾਂ ਰਿਲੇਸ਼ਨ ਕੀ ਹੋ ਗਿਆ, ਸਿਮੈਟ੍ਰਿਕ ਹੋ ਗਿਆ। ਇਹ ਤਾਂ ਹੋ ਨਹੀਂ ਸਕਦਾ A B ਦਾ ਫਰੈਂਡ ਹੈਗਾ B A ਦਾ ਦੁਸ਼ਮਣ ਹੈਗਾ, ਇਹ ਤਾਂ ਪੋਸੀਬਿਲਿਟੀ ਬਣਦੀ ਨਹੀਂ, ਜਾਂ ਤਾਂ ਦੋਨੋਂ ਦੁਸ਼ਮਣ ਹੋਣਗੇ ਜਾਂ ਦੋਨੋਂ ਦੋਸਤ ਹੋਣਗੇ। ਠੀਕ, ਤਾਂ ਇਹਨਾਂ ਨੂੰ ਜਿਹੜਾ ਹੈ ਵੀ ਜੇ ਤੁਸੀਂ ਐਵੇਂ ਰੀਅਲ ਲਾਈਫ ਦੇ ਵਿੱਚ ਕੰਪੇਅਰ ਕਰਕੇ ਚੱਲਦੇ ਹੋ ਤਾਂ ਆਪਾਂ ਨੂੰ, ਮੈਂ ਤੁਹਾਨੂੰ ਕਈ ਵਾਰੀ ਦੱਸਿਆ ਹੈ ਕਿ ਆਪਾਂ ਨੂੰ ਫਿਰ ਉਹ ਚੀਜ਼ਾਂ ਯਾਦ ਰੱਖਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਉਹ ਫਿਰ ਆਪਣੇ ਦਿਮਾਗ ਦੇ ਵਿੱਚ ਬਿਲਕੁਲ ਕਨਸੈਪਟ ਕਲੀਅਰ ਹੋ ਜਾਂਦੇ ਨੇ, ਹਨਾ। ਇੱਕ ਜਿਹੜਾ ਹੈਗਾ ਆਪਣੇ ਕੋਲ ਰਿਲੇਸ਼ਨ ਹੋ ਰਿਹਾ ਟ੍ਰਾਂਸਟਿਵ ਰਿਲੇਸ਼ਨ, ਇਹ ਰਿਲੇਸ਼ਨ ਕਿਹੜਾ ਹੋਏਗਾ, ਟ੍ਰਾਂਸਟਿਵ। Transitive relation, a relation are said to be, definition is the key है, a relation are on the set A is said to be transitive if AB belongs to R, BC belongs to R implies AC belongs to R। ਠੀਕ ਹੈ ਨਾ, ਪਹਿਲਾਂ ਤਾਂ ਕੀ ਹੈ ਕਿ ਜਿਹੜਾ ਮੈਂ ਇੱਥੇ ਲਿਖਿਆ ਇਹਨੂੰ ਸਮਝਣ ਦੀ ਲੋੜ ਹੈਗੀ ਹੈ। ਇਹਦਾ ਮਤਲਬ ਕੀ ਹੋਏਗਾ, ਇਹਦਾ ਮਤਲਬ ਕੀ ਹੋਏਗਾ, ਇੱਥੇ ਮੈਂ ਨਾਲ ਐਂਡ ਯੂਜ਼ ਕੀਤਾ ਹੈ ਨਾ, A related to B and B related to C implies A related to C। ਜੇ A ਦਾ ਰਿਲੇਸ਼ਨ B ਨਾਲ ਹੈਗਾ, B ਦਾ ਰਿਲੇਸ਼ਨ C ਨਾਲ ਹੈਗਾ ਤਾਂ A ਦਾ ਰਿਲੇਸ਼ਨ C ਦੇ ਨਾਲ ਹੋਣਾ ਚਾਹੀਦਾ ਹੈ। ਦਿਸ ਇਜ਼ ਦਾ ਰਿਕੁਆਇਰਡ ਕੰਡੀਸ਼ਨ। ਆ A ਪੁਆਇੰਟ ਹੋ ਗਿਆ, ਆ B ਪੁਆਇੰਟ ਹੋ ਗਿਆ, ਆ C ਪੁਆਇੰਟ ਹੋ ਗਿਆ। A ਦਾ ਰਿਲੇਸ਼ਨ B ਨਾਲ ਹੈਗਾ, ਠੀਕ ਹੈ ਨਾ, B ਦਾ ਰਿਲੇਸ਼ਨ C ਨਾਲ ਹੈਗਾ ਤਾਂ A ਦਾ ਰਿਲੇਸ਼ਨ C ਨਾਲ ਹੋਣਾ ਚਾਹੀਦਾ ਹੈ। ਦਿਸ ਇਜ਼ ਨੈਸੈਸਿਟੀ, ਮਸਟ ਬੀ ਰਿਲੇਸ਼ਨ ਫਰੋਮ A to C। ਉਸ ਕੇਸ ਦੇ ਵਿੱਚ ਜੋ ਰਿਲੇਸ਼ਨ ਹੋਏਗਾ
ਉਹ ਆਪਣੇ ਕੋਲ ਟ੍ਰਾਂਸਟਿਵ ਰਿਲੇਸ਼ਨ ਹੋਏਗਾ। ਜਿਵੇਂ ਏ ਬੀ ਦਾ ਫਰੈਂਡ ਹੈਗਾ, ਬੀ ਸੀ ਦਾ ਫਰੈਂਡ ਹੈਗਾ, ਤਾਂ ਏ ਵੀ ਸੀ ਦਾ ਫਰੈਂਡ ਹੋਣਾ ਚਾਹੀਦਾ ਹੈ, ਫਿਰ ਉਹ ਟ੍ਰਾਂਸਟਿਵ ਰਿਲੇਸ਼ਨ ਬਣੇਗਾ, ਅਦਰਵਾਈਜ਼ ਨਹੀਂ ਬਣੇਗਾ। ਕਲੀਅਰ? ਤਾਂ ਇਹ ਆਪਣੇ ਕੋਲ 3 ਡੈਫੀਨੇਸ਼ਨਸ ਸੀਗੀਆਂ, ਟ੍ਰਾਂਸਟਿਵ ਰਿਲੇਸ਼ਨ ਕਿਹੜਾ ਹੁੰਦਾ ਹੈ, ਸਿਮੈਟ੍ਰਿਕ ਕਿਹੜਾ ਹੁੰਦਾ ਹੈ, ਠੀਕ ਹੈ, ਤੇ ਰਿਫਲੈਕਸਿਵ ਰਿਲੇਸ਼ਨ ਜਿਹੜਾ ਹੈਗਾ ਉਹ ਆਪਣੇ ਕੋਲ ਕਿਹੜਾ ਹੁੰਦਾ ਹੈ। ਆਪਾਂ ਇਸ ਦੀ ਇੱਕ ਐਗਜ਼ਾਮਪਲ ਹੋਰ ਦੇਖੀਏ ਤਾਂ ਜੋ ਕਨਸੈਪਟ ਤੁਹਾਡਾ ਹੋਰ ਵੀ ਕਲੀਅਰ ਹੋ ਜਾਏਗਾ, ਹੈ ਨਾ। ਆ ਦੇਖੋ, suppose that we have A is equal to ਆ ਆਪਣੇ ਕੋਲ ਇੱਕ ਸੈੱਟ ਹੋ ਗਿਆ, ਇਸ ਦੇ ਵਿੱਚ ਐਲੀਮੈਂਟ ਹੈਗੇ ਨੇ 1 2 3, ਤੇ ਇਸ ਦੀ ਜਿਹੜੀ ਕਾਰਟੇਸ਼ੀਅਨ ਪ੍ਰੋਡਕਟ ਜਿਹੜੀ ਹੋਏਗੀ A cross A, ਆ ਆਪਣੇ ਕੋਲ ਇਕੁਅਲ ਟੂ ਕੀ ਹੋਏਗਾ, 1 1 ਹੋਏਗਾ, 1 2 ਹੋਏਗਾ, 1 3 ਹੋਏਗਾ, 1 4 ਹੋਏਗਾ, सॉरी 4 ਤਾਂ ਹੈ ਨਹੀਂ, फिर आ जाएगा 2 1 आएगा, 2 2 आ जाएगा, 2 3 आएगा, फिर आ जाएगा 3 1 3 2 एंड 3 3, ਇਹ ਆਪਣੇ ਕੋਲ ਆ ਗਿਆ। ਆਪਾਂ ਕੀ ਕਰਨੇ ਆ ਇੱਥੇ, ਆਪਾਂ ਇੱਕ ਰਿਲੇਸ਼ਨ ਲੈਣੇ ਹਾਂ, ਤੇ ਉਹ ਰਿਲੇਸ਼ਨ ਹੈ ਕਿ ਆਪਣੇ ਕੋਲ ਸਪੋਜ਼ ਦੈਟ ਲੈਟ r is equal to ਆਪਣੇ ਕੋਲ ਹੈਗਾ 1 1 2 2 1 3 and 2 3 ਤੇ 2 1, ਤੇ ਇੱਕ ਆਪਾਂ ਲੈ ਲੈਂਦੇ ਹਾਂ r1 is equal to, ਇਸ ਦੇ ਵਿੱਚ ਆਪਣੇ ਕੋਲ ਐਲੀਮੈਂਟ ਹੈਗੇ ਨੇ 1 2 2 3 ਅਤੇ 2 1। ਆਪਾਂ ਚੈੱਕ ਕਰ ਰਹੇ ਹਾਂ ਕਿ ਇਹਨਾਂ ਦੋਨਾਂ ਦੇ ਵਿੱਚੋਂ ਕਿਹੜਾ ਰਿਲੇਸ਼ਨ ਜਿਹੜਾ ਹੈ ਟ੍ਰਾਂਸਟਿਵ ਹੈਗਾ ਤੇ ਕਿਹੜਾ ਨਹੀਂ ਹੈ। ਹੁਣ ਜਿਵੇਂ ਟ੍ਰਾਂਸਟਿਵ ਵਿੱਚ ਕੀ ਹੈ ਕਿ 2 ਆਰਡਰ ਪੇਅਰ ਆਪਾਂ ਨੂੰ ਚਾਹੀਦੇ ਨੇ, 2 ਆਰਡਰ ਪੇਅਰ ਜਿਹੜੇ ਤੁਸੀਂ ਚੂਜ਼ ਕਰੋਗੇ ਉਹ ਇਸ ਦੀ ਫਾਰਮ ਦੇ ਵਿੱਚ ਹੋਣੇ ਚਾਹੀਦੇ ਨੇ ਏ ਬੀ ਬੀ ਸੀ, ਆ ਐਲੀਮੈਂਟ ਦੋਨਾਂ ਵਿੱਚ ਕਾਮਨ ਆਉਣਾ ਚਾਹੀਦਾ ਹੈ। ਜਿਵੇਂ ਕਿ ਆਪਾਂ ਇੱਕ ਤਾਂ ਆ ਲੈ ਲਿਆ ਤੇ ਇੱਕ ਆ ਲੈ ਲਿਆ, ਹੈ ਨਾ, 1 1 ਅਤੇ 1 3, ਇਹ ਆਪਣੇ ਕੋਲ ਆਰ ਦੇ ਵਿੱਚ ਬਿਲੋਂਗ ਕਰਦਾ ਹੈ, ਤਾਂ ਆ ਆਪਣੇ ਕੋਲ ਕਾਮਨ ਹੈ, ਆ ਏ ਬੀ ਹੋ ਗਿਆ, ਆ ਬੀ ਸੀ ਹੋ ਗਿਆ, ਤਾਂ ਏ ਸੀ ਕਿਹੜਾ ਬਣੇਗਾ, ਉਹ 1 3 ਹੀ ਬਣੇਗਾ, ਤਾਂ 1 3 ਵੀ ਆਪਣੇ ਕੋਲ ਆਰ ਦੇ ਵਿੱਚ ਬਿਲੋਂਗ ਕਰ ਗਿਆ ਨਾ। ਆ ਦੇਖੋ, ਐਵੇਂ ਕੀ ਹੈ ਕਿ ਸਪੋਜ਼ ਦੇਟ ਤੁਸੀਂ ਲਿੱਤਾ 2 2 ਅਤੇ 2 3 ਜੇ ਆਪਾਂ ਲੈਨੇ ਹਾਂ 2 2 ਅਤੇ 2 3, ਜੇ ਆਪਾਂ ਆ ਦੋ ਆਰਡਰ ਪਰ ਲੈਨੇ ਹਾਂ ਆਰ ਦੇ ਵਿੱਚੋਂ ਜਿਹੜਾ ਪਹਿਲੇ ਵਾਲਾ ਰਿਲੇਸ਼ਨ ਹੈਗਾ, ਹੈ ਨਾ, ਤਾਂ ਆਪਣੇ ਕੋਲ ਆ ਦੋਨੋਂ ਐਲੀਮੈਂਟ ਦੇਖੋ ਸੇਮ ਹੈਗੇ ਨੇ, ਠੀਕ ਹੈ ਨਾ। ਇਸ ਕੰਡੀਸ਼ਨ ਨੂੰ ਦੇ ਅਕੋਰਡਿੰਗ ਆਪਾਂ ਨੂੰ ਆਰਡਰ ਪੇ ਲੈਣੇ ਪੈਂਦੇ ਨੇ। ਤਾਂ ਜਦੋਂ ਆਪਾਂ 2 2 ਤੇ 2 3 ਲੈਨੇ ਹਾਂ ਤਾਂ ਆਪਣੇ ਕੋਲ ਆ ਏ ਹੋ ਗਿਆ, ਆ ਬੀ ਹੋ ਗਿਆ, ਆ ਬੀ ਹੋ ਗਿਆ, ਆ ਸੀ ਹੋ ਗਿਆ, ਤੇ ਏ ਸੀ ਕਿਹੜਾ ਬਣੇਗਾ, ਆ ਏ ਸੀ ਬਣੇਗਾ 2 3। ਤਾਂ ਇਹ ਵੀ ਕੀ ਹੈ ਕਿ ਆਪਾਂ ਨੂੰ ਆਰ ਦੇ ਵਿੱਚ ਬਿਲੋਂਗ ਕਰਦਾ ਹੈ, ਇਸ ਕਰਕੇ ਜਿਹੜਾ ਆਰ ਹੈ ਨਾ, ਆਰ ਇਜ਼ ਟ੍ਰਾਂਸਟਿਵ, ਆਰ ਆਪਣੇ ਕੋਲ ਟ੍ਰਾਂਸਟਿਵ ਰਿਲੇਸ਼ਨ ਬਣਦਾ ਹੈ, ਠੀਕ ਹੈ। ਤੇ ਜਿਹੜਾ ਹੈਗਾ ਨਾ R1, ਹੁਣ ਆਪਾਂ ਇਹਨੂੰ ਵੀ ਚੈੱਕ ਕਰ ਲਈਏ, ਆ 1 2 ਹੈਗਾ, ਆ 2 3 ਹੈਗਾ, ਦੇਖੋ ਧਿਆਨ ਨਾਲ 1 2 ਐਂਡ 2 3, ਇਹ ਦੋਨੋਂ ਹੀ ਕੀ ਹੈ ਕਿ ਆਪਣੇ ਕੋਲ R1 ਦੇ ਵਿੱਚ ਬਿਲੋਂਗ ਕਰਦੇ ਨੇ। ਤਾਂ 1 2 ਤੇ ਕਿਹੜਾ ਆ ਗਿਆ, ਫਿਰ ਆਪਣੇ ਕੋਲ 1 3 ਆਏਗਾ, ਜਿਹੜਾ 1 3 ਹੈਗਾ
ਇਹ ਆਪਣੇ ਕੋਲ R1 ਦੇ ਵਿੱਚ ਬਿਲੋਂਗ ਨਹੀਂ ਕਰਦਾ। 1 3 ਹੈ ਹੀ ਨਹੀਂ ਇਹਦੇ 'ਚ, 2 1 ਹੈਗਾ, 2 3 ਹੈ, 1 2 ਹੈਗਾ, 1 3 ਇਸ ਦੇ ਵਿੱਚ ਐਗਜ਼ਿਸਟ ਨਹੀਂ ਕਰਦਾ। ਤੇ ਜਦੋਂ ਆਪਣੇ ਕੋਲ ਇੱਕ ਵੀ ਕੰਡੀਸ਼ਨ ਜਾਂ ਇੱਕ ਵੀ ਆਰਡਰ ਪੇਅਰ ਜਿਹੜੇ ਹੈਗੇ ਨੇ ਉਹ ਆਪਾਂ ਨੂੰ ਇਸ ਤਰ੍ਹਾਂ ਦੇ ਮਿਲ ਜਾਂਦੇ ਨੇ ਜਿਸ ਦੇ ਵਿੱਚ ਕੰਡੀਸ਼ਨ ਫੇਲ ਹੋ ਜਾਂਦੀ ਹੈ ਤਾਂ ਬਾਕੀ ਤੇ ਚੈੱਕ ਕਰਨ ਦੀ ਲੋੜ ਹੀ ਨਹੀਂ ਹੈਗੀ। ਠੀਕ ਹੈ ਨਾ, ਤੁਸੀਂ ਆ ਵੀ ਚੈੱਕ ਕਰਕੇ ਚੈੱਕ ਕਰ ਸਕਦੇ ਹੋ 1 2 ਤੇ 2 1 ਵਾਲਾ। ਜੇ ਤੁਸੀਂ 1 2 ਅਤੇ 2 1 ਲੈਂਦੇ ਹੋ ਹੈ ਨਾ, ਤੇ ਬਿਲੋਂਗ ਟੂ R1 ਤਾਂ ਦਿਸ ਇੰਪਲਾਈਜ਼ ਆ ਕੀ ਬਣੇਗਾ ਆਪਣੇ ਕੋਲ 1 1 ਬਣ ਜਾਏਗਾ। ਲੇਕਿਨ 1 1 ਤਾਂ ਆਪਣੇ ਕੋਲ R1 ਦੇ ਵਿੱਚ ਬਿਲੋਂਗ ਕਰਦਾ ਹੀ ਨਹੀਂ। ਤਾਂ ਕੀ ਹੈ ਕਿ ਇਸ ਤਰ੍ਹਾਂ ਤੁਸੀਂ ਕੋਈ ਵੀ ਇੱਕ ਕੰਡੀਸ਼ਨ ਦੇਖਣੀ ਹੈ ਜਿੱਥੇ ਕਿ ਆਪਣੇ ਕੋਲ ਟ੍ਰਾਂਸਟਿਵ ਫੇਲ ਹੋ ਰਿਹਾ। ਠੀਕ ਹੈ, ਤਾਂ ਆਪਣੇ ਕੋਲ ਦੋ ਐਗਜ਼ਾਮਪਲ ਦਿੱਤੇ ਸੀ ਆ। ਆਰ ਤਾਂ ਆਪਣੇ ਕੋਲ ਟ੍ਰਾਂਸਟਿਵ ਬਣਦਾ ਹੈ ਲੇਕਿਨ R1 ਜਿਹੜਾ ਹੈ R1 ਇਜ਼ ਨੋਟ ਟ੍ਰਾਂਸਟਿਵ। R1 ਆਪਣੇ ਕੋਲ ਟ੍ਰਾਂਸਟਿਵ ਨਹੀਂ ਬਣਦਾ। ਸੋ ਦਿਸ ਇੰਪਲਾਈਜ਼ R1 ਇਜ਼ ਨੋਟ ਟ੍ਰਾਂਸਟਿਵ। ਤਾਂ ਇਹ ਜਿਹੜਾ ਹੈ ਥੋੜਾ ਜਿਹਾ ਪਾਰਟ ਮੈਂ ਤੁਹਾਨੂੰ ਐਡਵਾਂਸ ਜਿਹੜਾ ਹੈ ਇੱਥੇ ਡਿਸਕਸ ਕੀਤਾ ਹੈ ਤਾਂ ਜੋ ਤੁਹਾਨੂੰ ਥੋੜਾ ਜਿਹਾ ਐਡਵਾਂਸ ਨੌਲੇਜ ਜਿਹੜੀ ਹੈਗੀ ਉਹ ਵੀ ਤੁਹਾਨੂੰ ਮਿਲ ਜਾਵੇ। ਕਈ ਵਾਰੀ ਜੇ ਇਹਨਾਂ ਦੇ ਰਿਲੇਟਡ ਤੁਸੀਂ ਕੋਈ ਕੰਪੀਟੀਟਿਵ ਦੀ ਤਿਆਰੀ ਕਰ ਰਹੇ ਹੋ, ਠੀਕ ਹੈ ਨਾ, ਜਾਂ ਕਰਨੀ ਹੋਵੇ ਤਾਂ ਉਸ ਵਿੱਚ ਕੀ ਹੈ ਕਿ ਇਹ ਚੀਜ਼ਾਂ ਵੀ ਪੁੱਛੀਆਂ ਜਾਂਦੀਆਂ ਨੇ। ਇਸ ਕਰਕੇ ਮੈਂ ਸੋਚਿਆ ਚਲੋ ਵੀ ਟੌਪਿਕ ਤਾਂ ਹੁਣ ਰਿਲੇਸ਼ਨ ਦਾ ਖਤਮ ਹੋ ਜਾਊਗਾ ਅੱਜ, ਤਾਂ ਇਹ ਵੀ ਨਾਲ ਮੈਂ ਤੁਹਾਨੂੰ ਦੱਸਦਾ ਤਾਂ ਜੋ ਇਹ ਤੁਹਾਡੇ ਲਈ ਬਹੁਤ ਹੈਲਪਫੁਲ ਰਹੇਗਾ। ਸੋ ਡੀਅਰ ਸਟੂਡੈਂਟ, ਗੱਲ ਇਸ ਤਰ੍ਹਾਂ ਹੈਗੀ ਹੈ ਕਿ ਇਹ ਆਪਣਾ ਤੀਜਾ ਲੈਕਚਰ ਸੀਗਾ ਹੈ ਨਾ ਰਿਲੇਸ਼ਨ ਐਂਡ ਫੰਕਸ਼ਨ ਦੇ ਵਿੱਚ, ਜਿਸ ਦੇ ਵਿੱਚੋਂ ਕਾਰਟੇਸ਼ੀਅਨ ਪ੍ਰੋਡਕਟ ਆਪਣੀ ਕੰਪਲੀਟ ਹੋ ਗਈ। ਰਿਲੇਸ਼ਨ ਕੀ ਹੁੰਦਾ ਹੈ ਇਹ ਵੀ ਆਪਣਾ ਟੌਪਿਕ ਕੰਪਲੀਟ ਹੋ ਗਿਆ। ਤੇ ਇੱਕ ਦੋ ਮੈਂ ਇੰਪੋਰਟੈਂਟ ਗੱਲਾਂ ਤੁਹਾਨੂੰ ਮੈਂ ਹੁਣ ਦੱਸਣ ਲੱਗਿਆ ਕਿ ਇਹਨੂੰ ਤੁਸੀਂ ਧਿਆਨ ਨਾਲ ਸੁਣਿਓ। ਸੌਰੀ, ਉਹ ਇਹ ਹੈ ਕਿ ਜਿਹੜੇ ਲੈਕਚਰਸ ਬਣਾ ਕੇ ਆਪਾਂ ਅਪਲੋਡ ਕਰਨੇ ਹਾਂ ਤੁਸੀਂ ਦੇਖ ਜਾਂਦੇ ਹੋ ਤੇ ਮੈਨੂੰ ਬਹੁਤ ਵਧੀਆ ਲੱਗਦਾ ਹੈ ਕਿ ਤੁਸੀਂ ਪੂਰਾ ਦਾ ਪੂਰਾ ਲੈਕਚਰ ਸੁਣਦੇ ਹੋ। ਤੇ ਤੁਹਾਡੀ ਫੀਡਬੈਕ ਜਿਹੜੀ ਹੈਗੀ ਹੈ, ਜੋ ਮੈਡਮ ਹੈਗੇ ਨੇ ਮੈਨੂੰ ਸੈਗਨ, ਉਹਨਾਂ ਨੇ ਤੁਹਾਡੇ ਕੋਲ ਫੀਡਬੈਕ ਲਿੱਤੀ ਸੀ ਤੇ ਮੈਨੂੰ ਬਹੁਤ ਵਧੀਆ ਲੱਗਿਆ ਕਿ ਤੁਹਾਨੂੰ ਲੈਕਚਰਸ ਬਹੁਤ ਵਧੀਆ ਸਮਝ ਆ ਰਹੇ ਨੇ। ਤਾਂ ਤੁਸੀਂ ਜਿਹੜੇ ਹੈ ਵੀ ਲੈਕਚਰਸ ਆਪਦੇ ਤੱਕ ਹੀ ਸੀਮਤ ਨਹੀਂ ਰੱਖਣਾ, ਬਾਕੀ ਆਪਦੇ ਦੋਸਤਾਂ ਦੇ ਨਾਲ ਵੀ ਸ਼ੇਅਰ ਕਰੋ। ਤੇ ਇੱਕ ਚੀਜ਼ ਹੋ ਰਹੀ ਹੈ ਕਿ ਜਿਹੜਾ ਚੈਨਲ ਹੈਗਾ ਪੋਡਕਾਸਟਿੰਗ ਦਾ ਉਹਨੂੰ ਤੁਸੀਂ ਸਬਸਕ੍ਰਾਈਬ ਕਰੋ। ਉਹਦਾ ਫਾਇਦਾ ਇਹ ਹੋਊਗਾ ਕਿ ਜਦੋਂ ਵੀ ਮੈਂ ਲੈਕਚਰ ਅਪਲੋਡ ਕਰਾਂਗਾ ਤਾਂ ਤੁਹਾਨੂੰ ਪਤਾ ਲੱਗ ਜਾਊਗਾ। ਇਹ ਨਾ ਕਈ ਵਾਰੀ ਕੀ ਹੁੰਦਾ ਕਿ ਲਿੰਕ ਮੈਂ ਸ਼ੇਅਰ ਕਰ ਪਾਵਾਂ ਕਿ ਨਾ ਕਰ ਪਾਵਾਂ ਗਰੁੱਪ ਦੇ ਵਿੱਚ, ਕਈ ਵਾਰੀ ਪਹੁੰਚ ਸਕਦਾ ਕਈ ਵਾਰੀ ਨਹੀਂ ਪਹੁੰਚੇਗਾ ਤੇ ਸਾਰਿਆਂ ਕੋਲ ਨਹੀਂ ਜਾਏਗਾ। ਤਾਂ ਉਸ ਦੇ ਵਿੱਚ ਕੀ ਹੁੰਦਾ ਕਿ ਜੇ ਸਬਸਕ੍ਰਾਈਬ ਕੀਤਾ ਹੋਵੇ ਤੇ ਜਦੋਂ ਵੀ ਮੈਂ ਕਲਿੱਕ ਕਰੂੰਗਾ, ਜਦੋਂ ਵੀ ਅਪਲੋਡ ਕਰਾਂਗਾ ਤਾਂ ਤੁਹਾਡੇ ਕੋਲ ਮੈਸੇਜ ਆ ਜਾਏਗਾ ਕਿ ਮੈਂ ਇੱਕ ਲੈਕਚਰ ਅਪਲੋਡ ਕੀਤਾ ਹੈ। ਨਾਲ ਇੱਕ ਬੈਲ ਆਈਕਨ ਹੁੰਦਾ ਉਹਨੂੰ ਵੀ ਨਾਲ ਪ੍ਰੈਸ ਕਰ ਦੇਣਾ, ਤਾਂ ਉਸ ਨਾਲ ਕੀ ਹੁੰਦਾ ਕਿ ਜਦੋਂ ਲੈਕਚਰ ਅਪਲੋਡ ਹੋਏਗਾ ਮੈਸੇਜ ਵੀ ਆਏਗਾ ਤੇ ਨਾਲ ਬੈਲ ਜਿਹੜੀ ਹੈਗੀ ਹੈ ਉਹ ਰਿੰਗ ਵੀ ਬੋਲੂਗੀ। ਨੈਕਸਟ ਜਿਹੜਾ ਲੈਕਚਰ ਹੋਏਗਾ ਉਹ ਆਪਾਂ ਫੰਕਸ਼ਨ ਦਾ ਉਹਦੇ 3 ਕੁ ਲੈਕਚਰ ਬਣਾ ਕੇ ਆਪਾਂ ਅਪਲੋਡ ਕਰ ਦਾਂਗੇ ਤੇ 3 ਲੈਕਚਰਾਂ ਦੇ ਵਿੱਚ ਹੀ ਤੁਹਾਡਾ ਟੌਪਿਕ ਕੰਪਲੀਟ ਹੋ ਜਾਏਗਾ। ਸੋ ਆਈ ਹੋਪ। ਅੱਛਾ, ਇੱਕ ਗੱਲ ਹੋ ਰਹੀ ਹੈ ਕਿ ਤੁਸੀਂ ਲੈਕਚਰ ਤਾਂ ਹੁਣ ਸਾਰਾ ਸੁਣ ਲਿਆ ਤੇ ਤੁਸੀਂ ਵਿੱਚ ਕਮੈਂਟ ਵੀ ਤਾਂ ਕਰ ਦਿਆ ਕਰੋ ਵੀ ਤੁਹਾਨੂੰ ਲੈਕਚਰ ਕਿਵੇਂ ਰਹੇ ਨੇ। ਮੈਨੂੰ ਪਤਾ ਕਿਵੇਂ ਲੱਗੇਗਾ ਕਿ ਤੁਹਾਨੂੰ ਲੈਕਚਰ ਸਮਝ ਆ ਰਿਹਾ ਕਿ ਨਹੀਂ ਆ ਰਿਹਾ। ਤਾਂ ਤੁਸੀਂ ਪੂਰਾ ਲੈਕਚਰ ਸੁਣ ਕੇ ਨਾ ਜਿਹੜੇ ਲਾਸਟ ਦੇ ਵਿੱਚ ਜਿਹੜੀ ਚੈਟ ਬਾਕਸ ਜਿਹੜੀ ਹੁੰਦੀ ਹੈ ਉੱਥੇ ਕਮੈਂਟ ਜ਼ਰੂਰ ਕਰ ਦਿਆ ਕਰੋ, ਲਾਈਕ ਕਰ ਦਿਆ ਕਰੋ। ਉਹਦੇ ਨਾਲ ਮੈਨੂੰ ਥੋੜਾ ਜਿਹਾ ਪਤਾ ਲੱਗਦਾ ਰਹੂਗਾ ਕਿ ਤੁਹਾਨੂੰ ਡਿਸਲਾਈਕ ਕਰਨਾ ਮਤਲਬ ਕੀ ਹੋਏਗਾ ਕਿ ਤੁਹਾਨੂੰ ਲੈਕਚਰ ਪਸੰਦ ਨਹੀਂ ਆਇਆ। ਨੈਚੁਰਲੀ ਕੀ ਹੋਏਗਾ ਮੈਂ ਫਿਰ ਉਹਨੂੰ ਜ਼ਿਆਦਾ ਹੋਰ ਇੰਪਰੂਵ ਕਰਾਂਗੇ। ਠੀਕ ਹੈ ਨਾ, ਤਾਂ ਲਾਈਕ ਡਿਸਲਾਈਕ ਜਾਂ ਕਮੈਂਟ ਜਿਹੜੇ ਉਹ ਜ਼ਰੂਰ ਕਰ ਦਿਆ ਕਰੋ। ਉਸ ਨਾਲ ਮੈਨੂੰ ਪਤਾ ਲੱਗਦਾ ਰਹੂਗਾ ਕਿ ਤੁਹਾਨੂੰ ਲੈਕਚਰ ਕਿਵੇਂ ਲੱਗ ਰਹੇ ਨੇ, ਕੋਈ ਦਿੱਕਤ ਤਾਂ ਨਹੀਂ ਆ ਰਹੀ। ਮੇਰੇ ਵੱਲੋਂ ਪੂਰੀ ਕੋਸ਼ਿਸ਼ ਹੈ ਕਿ ਤੁਹਾਨੂੰ ਕੋਈ ਸਮੱਸਿਆ ਨਾ ਆਵੇ। Thank you very much to see this tutorial till the end.